हाँ जी, हेलो, वेलकम ऑन आवर चैनल। ਤਾਂ ਨੈਕਸਟ ਆਪਾਂ ਰਿਸਰਚ ਐਪਟੀਟਿਊਡ ਦਾ ਟੌਪਿਕ ਸਟਾਰਟ ਕਰਦੇ ਹਾਂ, ਕੁਆਲੀਟੇਟਿਵ ਰਿਸਰਚ। ਕੁਆਲੀਟੇਟਿਵ ਰਿਸਰਚ ਦੇ ਵਿੱਚ ਆਪਣੇ ਕੋਲੇ ਕਿਹੜੀ-ਕਿਹੜੀ ਰਿਸਰਚ ਆ ਜਾਂਦੀ ਆ? ਇਨ ਡੈਪਥ ਇੰਟਰਵਿਊ ਹੋ ਸਕਦੀ ਹੈ। ਕੁਆਲੀਟੇਟਿਵ ਰਿਸਰਚ ਹੁੰਦੀ ਹੈ ਇਨ ਡੈਪਥ ਇੰਟਰਵਿਊ। ਇਨ ਡੈਪਥ ਇੰਟਰਵਿਊ ਮਤਲਬ ਡੂੰਘਾਈ ਦੇ ਵਿੱਚ ਆਪਾਂ ਕਿਸੇ ਦੀ ਇੰਟਰਵਿਊ ਲੈਣੀ। ਪਰਸਨਲ ਇੰਟਰਵਿਊ ਟੂ ਗੈਦਰ ਪ੍ਰੀਸਾਈਜ਼ ਡਾਟਾ। ਤਾਂ ਜਦੋਂ ਆਪਾਂ ਕਿਸੇ ਤੋਂ ਪਰਸਨਲ ਇੰਟਰਵਿਊ ਲਵਾਂਗੇ ਤਾਂ ਉਹਦੇ ਵਿੱਚ ਆਪਣੇ ਕੋਲੇ ਡਾਟਾ ਜਿਹੜਾ ਉਹ ਪ੍ਰੀਸਾਈਜ਼ ਆਊਗਾ ਕਿ ਐਕੂਰੇਟ ਆਊਗਾ ਜ਼ਿਆਦਾ। ਬਟ ਉਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਜੋ ਉਹ ਇਹ ਹੈ ਕਿ ਆਪਾਂ ਨੂੰ ਰੈਪਰ ਜਿਹੜਾ ਆਪਣਾ ਡਿਵੈਲਪ ਕਰਨਾ ਪੈਂਦਾ ਜਿਹਦੇ ਤੋਂ ਆਪਾਂ ਇੰਟਰਵਿਊ ਲੈ ਰਹੇ ਹਾਂ। ਕੈਨ ਆਸਕ ਕੁਐਸਚਨਸ ਐਂਡ ਫੋਲੋ ਅਪ ਕੁਐਸਚਨਸ। ਉਸ ਤੋਂ ਬਾਅਦ ਆਪਾਂ ਜਿਵੇਂ ਸ਼ੁਰੂਆਤ ਦੇ ਵਿੱਚ ਰੈਪਿਡ ਬਿਲਡ ਕਰ ਲਿਆ, ਉਸ ਤੋਂ ਬਾਅਦ ਆਪਾਂ ਕੁਛ ਕੁਐਸਚਨ ਪੁੱਛਦੇ ਹੈਗੇ ਹਾਂ ਤਾਂ ਨੈਕਸਟ ਆਪਾਂ ਫਿਰ ਫੋਲੋ ਅਪ ਕੁਐਸਚਨਸ ਉਹਨਾਂ ਦੇ ਵਿੱਚੋਂ ਅੱਗੇ ਕੁਐਸਚਨਸ ਪੁੱਟ ਕਰੀ ਜਾਂਦੇ ਹਾਂ। ਤਾਂ ਇਹਦੇ ਨਾਲ ਆਪਣੇ ਕੋਲੇ ਜਿਹੜੀ ਡੈਪਥ ਇੰਟਰਵਿਊ ਆਉਂਦੀ ਹੈ, ਡਾਟਾ ਕਲੈਕਟ ਹੁੰਦਾ। ਉਸ ਤੋਂ ਬਾਅਦ ਆਪਣੇ ਕੋਲੇ ਫੋਕਸ ਗਰੁੱਪ ਦੇ ਵਿੱਚ ਆ ਜਾਂਦਾ। ਫੋਕਸ ਗਰੁੱਪ ਮਤਲਬ ਇੱਕ ਲਿਮਿਟਡ ਗਰੁੱਪ ਹੁੰਦਾ ਹੈ, ਲਿਮਿਟਡ ਫੋਕਸ ਰੱਖਣਾ ਕਿ ਆਪਾਂ ਜਿਵੇਂ ਕਿਸੇ ਲਿਮਿਟਡ ਗਰੁੱਪ ਤੋਂ ਕਿ ਜਿਵੇਂ ਮੰਨ ਲਓ ਆਪਾਂ ਡਰੱਗ ਐਡਿਕਟਡ ਲੋਕਾਂ ਤੋਂ ਡਾਟਾ ਕਲੈਕਟ ਕਰਨਾ ਜਾਂ ਕਿਸੇ ਪਰਟੀਕੂਲਰ ਇੰਟਰਸਟ ਵਾਲੇ ਲੋਕਾਂ ਤੋਂ ਡਾਟਾ ਕਲੈਕਟ ਕਰਨਾ ਤਾਂ ਲਿਮਿਟਡ ਨੰਬਰ ਆਫ ਰਿਸਪੋਂਡੈਂਟਸ ਹੋਣਗੇ ਟੂ ਆਨਸਰ ਦਾ ਕੁਐਸਚਨ ਤੁਹਾਡੇ ਹੋ ਸਕਦੇ ਨੇ ਕਿ ਵਾਈ, ਕਿਉਂ ਤੁਸੀਂ ਇੱਦਾਂ ਕਰ ਰਹੇ ਹੋ, ਹਾਊ, ਵਟ, ਇੱਦਾਂ ਦੇ ਕੁਐਸਚਨਸ ਦੇ ਆਨਸਰ ਤੁਸੀਂ ਉਹਨਾਂ ਤੋਂ ਲਓਗੇ। ਨੈਕਸਟ ਆ ਜਾਂਦਾ ਆਪਣੇ ਕੋਲ ਐਥਨੋਗ੍ਰਾਫਿਕ ਰਿਸਰਚ। ਐਥਨੋਗ੍ਰਾਫਿਕ ਰਿਸਰਚ ਦੇ ਵਿੱਚ ਕੀ ਹੁੰਦਾ ਕਿ ਇਹਦੇ ਵਿੱਚ ਫੋਕਸ ਹੁੰਦਾ ਕਿ ਮੀਨਿੰਗ ਆਫ ਸੋਸ਼ੀਓਲੋਜੀ ਥਰੂ ਕਲੋਜ਼ ਫੀਲਡ ਆਬਜ਼ਰਵੇਸ਼ਨ। ਐਥਨੋਗ੍ਰਾਫਿਕ ਦੇ ਵਿੱਚ ਜਿਵੇਂ ਆਪਾਂ ਜਿੱਥੋਂ ਦੀ ਰਿਸਰਚ ਸਟੱਡੀ ਕਰਨੀ ਹੈਗੀ ਆ ਤਾਂ ਉਸ ਏਰੀਏ ਦੇ ਵਿੱਚ ਜਿਵੇਂ ਆਪਾਂ ਮੰਨ ਲਓ ਟਰਾਈਬ ਦੀ ਸਟੱਡੀ ਕਰਨੀ ਹੈ ਤਾਂ ਉੱਥੇ ਜਾ ਕੇ ਆਪਾਂ ਰਹਿੰਦੇ ਹਾਂ, ਉਹਨਾਂ ਦੀ ਆਪਾਂ ਕਲੋਜ਼ ਆਬਜ਼ਰਵੇਸ਼ਨ ਕਰਦੇ ਹਾਂ, ਫੀਲਡ ਆਬਜ਼ਰਵੇਸ਼ਨ ਹੁੰਦੀ ਹੈ, ਉੱਥੇ ਜਾ ਕੇ ਆਪਾਂ ਜਾਂ ਰਹਿਣਾ ਜਾਂ ਫਿਰ ਵਿਜ਼ਿਟ ਕਰਨਾ, ਵਿਜ਼ਿਟ ਕਰਕੇ ਉਹਨਾਂ ਨੂੰ ਓਬਜ਼ਰਵ ਕਰਨਾ, ਉੱਥੋਂ ਦਾ ਸੋਸ਼ੀਓਲੋਜੀਕਲ ਕਲਚਰ ਜੋ ਵੀ ਹੈ ਚੀਜ਼ਾਂ ਉਹਨਾਂ ਨੂੰ ਆਪਾਂ ਦੇਖਣਾ। ਸਟੱਡੀ ਪੀਪਲ ਇਨ ਦੇਅਰ ਨੈਚੁਰਲ ਐਨਵਾਇਰਨਮੈਂਟ। ਲੋਕਾਂ ਨੂੰ ਕੋਈ ਆਰਟੀਫਿਸ਼ੀਅਲ ਐਨਵਾਇਰਨਮੈਂਟ ਨਹੀਂ ਦਿੱਤਾ ਜਾਂਦਾ, ਜਿਹੜੇ ਐਨਵਾਇਰਨਮੈਂਟ ਦੇ ਵਿੱਚ ਉਹ ਨੈਚੁਰਲੀ ਰਹਿ ਰਹੇ ਨੇ ਉਹਨਾਂ ਨੂੰ ਆਪਾਂ ਐਜ਼ ਇਟ ਇਜ਼ ਉਵੇਂ ਓਬਜ਼ਰਵ ਕਰਦੇ ਹੈਗੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਐਥਨੋਗ੍ਰਾਫਿਕ ਰਿਸਰਚ। ਨੈਕਸਟ ਹੈ ਆਪਣੇ ਕੋਲੇ ਟੈਕਸਟ ਔਰ ਕੰਟੈਂਟ ਐਨਾਲਿਸਿਸ। ਐਨਾਲਿਸਿਸ ਦਾ ਸੋਸ਼ਲ ਲਾਈਫ ਬਾਈ ਡਿਕੋਡਿੰਗ ਦਾ ਵਰਡਸ। ਜੋ ਕਿਸੇ ਨੇ ਪਹਿਲਾਂ ਕੁਛ ਲਿਖ ਰੱਖਿਆ ਹੈ ਤਾਂ ਇਹਦੇ ਵਿੱਚ ਆਪਣੇ ਕੋਲ ਆ ਜਾਂਦਾ ਕਿ ਜਿਵੇਂ ਜੋ ਕਿਸੇ ਨੇ ਪਹਿਲਾਂ ਲਿਖ ਰੱਖਿਆ ਉਹਦੇ ਵਰਡਸ ਨੂੰ ਆਪਾਂ ਡੀਕੋਡ ਕਰਨਾ, ਇਮੇਜਿਸ ਤੋਂ ਆਪਾਂ ਕੁਛ ਡਿਸਕਰਾਈਬ ਕਰਨਾ। ਜਿਵੇਂ ਆਪਾਂ ਕੋਈ ਹਿਸਟੋਰੀਕਲ ਕੁਛ ਇਵੈਂਟਸ ਜਾਂ ਕੁਛ ਐਵੇਂ ਉਹਨਾਂ ਦੀ ਜੋ ਪਹਿਲਾਂ ਆਪਣੇ ਕੋਲੇ ਸਬੂਤ ਪਏ ਨੇ ਉਹਨਾਂ ਤੋਂ ਆਪਾਂ ਕੁਛ ਮਤਲਬ ਕੱਢਣ ਦੀ ਕੋਸ਼ਿਸ਼ ਕਰਨਾ। ਜੇ ਕੋਈ ਫਿਲਮ ਜਾਂ ਕੋਈ ਡਾਕੂਮੈਂਟਰੀ ਬਣੀ ਹੈ ਉਹਦੇ ਤੋਂ ਆਪਾਂ ਜਾਂ ਉਸ ਟਾਈਮ ਦੀ ਮਿਊਜ਼ਿਕ ਤੋਂ ਆਪਾਂ ਕੁਛ ਮੀਨਜ਼ ਐਨਾਲਾਈਜ਼ ਕਰਕੇ ਕੋਈ ਰਿਜ਼ਲਟਸ ਕੱਢਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕੰਟੈਂਟ ਜਾਂ ਟੈਕਸਟ ਐਨਾਲਿਸਿਸ। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਫਿਨੋਮੋਲੋਜੀ। ਫਿਨੋਮੋਲੋਜੀ ਦੇ ਵਿੱਚ ਕੀ ਹੁੰਦਾ ਕਿ ਇਹ ਡਿਸਕਰਾਈਬ ਕਰਦੀ ਹੈ ਸਟਰਕਚਰ ਆਫ ਐਕਸਪੀਰੀਅੰਸ ਐਜ਼ ਦੇ present themselves to consciousness without recourse to theory, deduction or assumptions from other disciplines। ਕਿਸੇ ਹੋਰ ਡਿਸਿਪਲਿਨ ਦੀ ਹੈਲਪ ਲਏ ਤੋਂ ਬਿਨਾਂ ਕੋਈ ਮੀਨਜ਼ ਥਿਊਰੀ ਵਗੈਰਾ ਦੀ ਕੰਸੈਪਟ ਨੂੰ ਵਿੱਚ ਧਿਆਨ ਦੇ ਵਿੱਚ ਰੱਖੇ ਤੋਂ ਬਿਨਾਂ ਆਪਾਂ ਜੇ ਕਿਸੇ ਚੀਜ਼ ਦੀ ਕਿਸੇ ਐਕਸਪੀਰੀਅੰਸ ਦੀ ਕੋਈ ਸਟਰਕਚਰ ਜਿਹੜੀ ਡਿਸਕਰਾਈਬ ਕਰਦੇ ਉਹਨੂੰ ਆਪਾਂ ਕਹਿੰਦੇ ਹਾਂ ਫਿਨੋਮੋਲੋਜੀ। ਨੈਕਸਟ ਆ ਜਾਂਦਾ ਆਪਣੇ ਕੋਲੇ ਕੁਆਂਟੀਟੇਟਿਵ। ਕੁਆਂਟੀਟੇਟਿਵ ਕੀ ਹੁੰਦਾ ਹੈ? ਗੁਣਾਤਮਕ, ਕੁਆਂਟੀਫਾਈਏਬਲ ਇਨਫੋਰਮੇਸ਼ਨ ਹੁੰਦੀ ਹੈ ਬਾਈ ਕਲੈਕਟਿੰਗ ਕੁਆਂਟੀਟੇਟਿਵ ਇਨਫੋਰਮੇਸ਼ਨ। ਸਟੈਟਿਸਟੀਕਲ ਐਨਾਲਿਸਿਸ ਆਫ ਦ ਪਾਪੂਲੇਸ਼ਨ ਸੈਂਪਲ। ਇਹਦੇ ਵਿੱਚ ਬੇਸਿਕਲੀ ਜਿਹੜੀਆਂ ਡਿਸਕ੍ਰਿਪਟਿਵ ਰਿਸਰਚ ਦੀਆਂ ਦੀ ਮੀਨਜ਼ ਐਨਾਲਿਸਿਸ ਦੇ ਮੈਥਡਸ ਹੁੰਦੇ ਆ ਉਹ ਨਹੀਂ ਅਪਲਾਈ ਹੁੰਦੇ, ਜਿਵੇਂ ਨੈਰੇਟਿਵ ਵਗੈਰਾ ਆਪਾਂ ਕਰਦੇ ਹੈਗੇ ਆ ਕੁਆਂਟੀਟੇਟਿਵ ਰਿਸਰਚ ਦੇ ਵਿੱਚ। ਨੈਕਸਟ ਹੈ ਆਪਣੇ ਕੋਲੇ ਮੋਸਟ ਇੰਪੋਰਟੈਂਟ ਐਕਸ਼ਨ ਰਿਸਰਚ। ਐਕਸ਼ਨ ਰਿਸਰਚ ਦੇ ਜਿਹੜੇ ਫਾਦਰ ਹੈ ਜਿਹਨੇ ਟਰਮ ਕੁਆਇਨ ਕੀਤੀ ਆ ਉਹ ਹੈਗੇ ਨੇ ਕੌਰਟ ਲੇਵਿਨ। ਯਾਦ ਰੱਖਣਾ ਇਹ ਕੁਐਸਚਨ ਆ ਜਾਂਦਾ ਹੁੰਦਾ, ਕੌਰਟ ਲੇਵਿਨ ਦੇ ਉਹਨਾਂ ਨੇ ਐਕਸ਼ਨ ਰਿਸਰਚ ਦਾ ਕੰਸੈਪਟ ਦਿੱਤਾ। ਉਸ ਤੋਂ ਬਾਅਦ ਆਪਣੇ ਕੋਲੇ ਆ ਗਏ ਕੰਸੈਪਟ ਆਬਜੈਕਟਿਵਸ। ਆਬਜੈਕਟਿਵਸ ਦੇ ਵਿੱਚ ਆਪਾਂ ਐਕਸ਼ਨ ਰਿਸਰਚ ਦਾ ਮਤਲਬ ਕੀ ਹੈ ਕਿ ਆਪਾਂ ਉਸ ਤੋਂ ਬਾਅਦ ਜੋ ਰਿਸਰਚ ਕੀਤੀ, ਜੋ ਰਿਜ਼ਲਟਸ ਨਿਕਲੇ ਉਹਦੇ ਤੋਂ ਬਾਅਦ ਆਪਾਂ ਐਕਸ਼ਨ ਲੈਣਾ ਕੋਈ ਟੂ ਆਇਡੈਂਟੀਫਾਈ ਪ੍ਰੋਬਲਮ। ਕਦੋਂ ਆਪਾਂ ਨੂੰ ਲੋੜ ਹੁੰਦੀ ਹੈ? ਜਦੋਂ ਕੋਈ ਪ੍ਰੋਬਲਮ ਐਗਜ਼ਿਸਟ ਕਰਦੀ ਹੈ ਉਹਦਾ ਆਪਾਂ ਸੋਲਿਊਸ਼ਨ ਕੱਢਣਾ। ਤਾਂ ਟੂ ਆਇਡੈਂਟੀਫਾਈ ਪ੍ਰੋਬਲਮ, ਟੂ ਇੰਪਰੂਵ ਵਰਕਿੰਗ ਕੰਡੀਸ਼ਨਸ,
जे कोई प्रॉब्लम आ रही है उन्होंने इंप्रूवमेंट करनी हैगी, वर्किंग कंडीशंस ਨੂੰ ਇੰਪਰੂਵ ਕਰਨਾ ਉਹਦੇ ਲਈ ਕਰਦੇ ਹਾਂ। ਟੂ ਸੋਲਵ ਕਰੰਟ ਅਕੈਡਮਿਕ ਪ੍ਰੋਬਲਮ, ਕੋਈ ਅਕੈਡਮਿਕ ਪ੍ਰੋਬਲਮ ਆ ਰਹੀ ਹੈ, ਬੱਚਿਆਂ ਨੂੰ ਕਿਸੇ ਚੀਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਸ ਨੂੰ ਕਰੰਟ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਐਕਸ਼ਨ ਰਿਸਰਚ ਦੀ ਹੈਲਪ ਲਈ ਜਾਂਦੀ ਹੈ। ਟੂ ਬ੍ਰਿੰਗ ਪੋਟੈਂਸ਼ੀਅਲ ਬ੍ਰਿੰਗ ਕਰਨਾ ਕਿ ਆਪਣੀ ਜਿਹੜੀ ਕੈਪੈਸਿਟੀ ਹੈ ਉਹਨੂੰ ਡਿਵੈਲਪ ਕਰਨਾ, ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ। ਟੂ ਡਿਵੈਲਪ ਪ੍ਰੈਕਟੀਕਲ ਸੋਲਿਊਸ਼ਨਸ ਟੂ ਐਡਰੈਸ ਇਮੀਡੀਏਟ ਪ੍ਰੋਬਲਮਸ ਕੁਇਕਲੀ ਐਂਡ ਐਫੀਸ਼ੀਐਂਟਲੀ। ਐਕਸ਼ਨ ਰਿਸਰਚ ਦਾ ਮੀਨਸ ਆਪਾਂ ਡਿਵੈਲਪ ਕਰਦੇ ਹਾਂ ਪ੍ਰੈਕਟੀਕਲ ਸੋਲਿਊਸ਼ਨਸ, ਐਕਚੁਅਲ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਆਪਾਂ ਉਹਨਾਂ ਚੀਜ਼ਾਂ ਦਾ ਸੋਲਿਊਸ਼ਨ ਚਾਹੁੰਦੇ ਹਾਂ ਤੇ ਕਰਦੇ ਹਾਂ। ਟੂ ਐਡਰੈਸ ਇਮੀਡੀਏਟ ਪ੍ਰੋਬਲਮਸ, ਕੋਈ ਇਮੀਡੀਏਟਲੀ ਆਪਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਆਪਾਂ ਇਮੀਡੀਏਟਲੀ ਸੋਲਵ ਕਰਨਾ ਕੁਇਕਲੀ ਐਂਡ ਐਫੀਸ਼ੀਐਂਟਲੀ, ਤਾਂ ਉਹਦੇ ਲਈ ਆਪਾਂ ਐਕਸ਼ਨ ਰਿਸਰਚ ਯੂਜ਼ ਕਰਦੇ ਹਾਂ। ਇਹਨੂੰ ਆਪਾਂ ਅਪਲਾਈਡ ਰਿਸਰਚ ਵੀ ਕਹਿੰਦੇ ਹਾਂ, ਇਹ ਵੀ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈਗੀ ਆ। ਨੈਕਸਟ ਆਪਣੇ ਕੋਲੇ ਸਟੈਪਸ ਆ ਜਾਂਦੇ ਨੇ ਐਕਸ਼ਨ ਰਿਸਰਚ ਦੇ। ਸਟੈਪਸ ਤੇ ਜਿਹੜੇ ਉਹ ਤੁਸੀਂ ਸੀਕੁਐਂਸ ਦੇ ਵਿੱਚ ਯਾਦ ਰੱਖਣੇ ਆ, ਕਿਉਂਕਿ ਸਟੈਪਸ ਤੁਹਾਨੂੰ ਮੋਸਟਲੀ ਪੇਪਰ ਦੇ ਵਿੱਚ ਦਿੱਤੇ ਹੋਣਗੇ, ਤੁਸੀਂ ਉਹਨਾਂ ਨੂੰ ਸੀਕੁਐਂਸ ਦੇ ਵਿੱਚ ਅਰੇਂਜ ਕਰਨਾ ਹੋਊਗਾ। ਆਇਡੈਂਟੀਫਿਕੇਸ਼ਨ ਆਫ ਅ ਪ੍ਰੋਬਲਮ, ਸਭ ਤੋਂ ਪਹਿਲਾਂ ਆਪਾਂ ਪ੍ਰੋਬਲਮ ਨੂੰ ਆਇਡੈਂਟੀਫਾਈ ਕਰਾਂਗੇ, ਉਸ ਤੋਂ ਬਾਅਦ ਡਿਫਾਈਨਿੰਗ, ਐਨਾਲਾਈਜ਼ਿੰਗ ਐਂਡ ਐਕਸਪਲੇਨਿੰਗ ਪ੍ਰੋਬਲਮ, ਉਸ ਤੋਂ ਬਾਅਦ ਆਪਾਂ ਲਿਸਟਿੰਗ ਪ੍ਰੋਬੇਬਲ ਕਾਜ਼ਸ, ਉਹਦੇ ਕਾਜ਼ਸ ਕੀ ਨੇ, ਪ੍ਰੋਬਲਮ ਕਿਉਂ ਅਕਰ ਹੋਈ ਹੈ। ਡਿਵੈਲਪਮੈਂਟ ਆਫ ਪ੍ਰੋਪੋਜੀਸ਼ਨ ਜਾਂ ਹਾਈਪੋਥੀਸਿਸ, ਆਪਾਂ ਉਹਦੇ ਟੈਂਟੇਟਿਵ ਸੋਲਿਊਸ਼ਨਸ ਬਣਾ ਲੈਣੇ ਨੇ। ਪ੍ਰੋਪੋਜੀਸ਼ਨ ਜਾਂ ਹਾਈਪੋਥੀਸਿਸ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਕਿ ਆਪਾਂ ਉਹਦੇ ਟੈਂਟੇਟਿਵ ਸੋਲਿਊਸ਼ਨਸ ਬਣਾ ਲੈਣੇ ਨੇ, ਕਿ ਜਿਵੇਂ ਮੰਨ ਲਓ ਕੋਈ ਪ੍ਰੋਬਲਮ ਐਗਜ਼ਿਸਟ ਕਰਦੀ ਹੈ, ਆਪਾਂ ਉਹਦੇ 1 2 3 ਕੋਈ ਵੀ ਹਾਈਪੋਥੀਸਿਸ ਡਿਵੈਲਪ ਕਰ ਲਈ ਕਿ ਇਹਦਾ ਇਹ ਵੀ ਮੇਬੀ ਸੋਲਿਊਸ਼ਨ ਹੋ ਸਕਦਾ, ਇਹ ਸੋਲਿਊਸ਼ਨ ਹੋ ਸਕਦਾ, ਮੇਬੀ ਇਹ ਸੋਲਿਊਸ਼ਨ ਹੋ ਸਕਦਾ। ਫਿਰ ਆਪਾਂ ਉਹਨਾਂ ਨੂੰ ਟੈਸਟ ਕਰਾਂਗੇ ਅੱਗੇ ਜਾ ਕੇ, ਤਾਂ ਉਹਦੇ ਵਿੱਚ ਆ ਜਾਂਦਾ ਫਿਰ ਨੈਕਸਟ ਆਪਣੇ ਕੋਲੇ ਪਲੈਨਿੰਗ, ਡਿਵੈਲਪਿੰਗ, ਇੰਪਲੀਮੈਂਟੇਸ਼ਨ ਆਫ ਐਕਸ਼ਨ ਰਿਸਰਚ। ਜੋ ਵੀ ਆਪਣੇ ਕੋਲੇ ਰਿਸਰਚ ਪ੍ਰੋਬਲਮ ਹੈਗੀ ਆ ਉਹਦੇ ਵਿੱਚ ਆਪਾਂ ਫਿਰ ਪਲੈਨਿੰਗ ਕਰਕੇ ਡਿਵੈਲਪ ਕਰਾਂਗੇ ਕਿ ਕਿਹੜੇ ਇਹਦੇ ਐਕਸ਼ਨ ਆਪਾਂ ਕਰ ਸਕਦੇ ਹਾਂ ਤੇ ਫਿਰ ਉਹਨਾਂ ਨੂੰ ਆਪਾਂ ਇੰਪਲੀਮੈਂਟ ਕਰਾਂਗੇ। ਡਰਾਇੰਗ ਕਨਕਲੂਜਨਸ, ਉਸ ਤੋਂ ਬਾਅਦ ਆਪਾਂ ਕਨਕਲੂਜਨ ਡਰਾ ਕਰਾਂਗੇ ਕਿ ਇਹ ਹਾਈਪੋਥੀਸਿਸ ਰਾਈਟ ਹੈ, ਇਹ ਰੋਂਗ ਹੈ, ਇਹ ਸਹੀ ਹੈ ਆਪਣੇ ਲਈ ਸੋਲਿਊਸ਼ਨ ਜਾਂ ਇਹ ਨਹੀਂ ਹੈਗਾ। ਉਸ ਤੋਂ ਬਾਅਦ ਆਪਾਂ ਡਿਸੀਜਨ ਲਵਾਂਗੇ, ਟੇਕਿੰਗ ਡਿਸੀਜਨਸ। ਨੈਕਸਟ ਆਪਣੇ ਕੋਲ ਆ ਜਾਂਦਾ ਸ਼ੇਅਰਿੰਗ ਰਿਜ਼ਲਟਸ, ਤਾਂ ਕਿ ਫਰਦਰ ਕਿਸੇ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਹੁੰਦੀ ਆ ਤਾਂ ਉਹਨਾਂ ਨੂੰ ਦੁਬਾਰਾ ਉਸ ਚੀਜ਼ ਦੀ ਰਿਸਰਚ ਕਰਨ ਦੀ ਜ਼ਰੂਰਤ ਨਾ ਪਵੇ, ਤਾਂ ਤੁਸੀਂ ਆਪਣੇ ਰਿਸਰਚ ਰਿਜ਼ਲਟਸ ਨੇ ਜਿਹੜੇ ਉਹ ਸ਼ੇਅਰ ਕਰੋਗੇ। ਤੁਸੀਂ ਇਹਨਾਂ ਨੂੰ ਕਿਸੇ ਜਰਨਲ ਦੇ ਵਿੱਚ ਪਬਲਿਸ਼ ਕਰਵਾ ਸਕਦੇ ਹੋ ਜਾਂ ਕਿਸੇ ਬੁੱਕ ਦੀ ਫਾਰਮ ਦੇ ਵਿੱਚ, ਤਾਂ ਆਪਣੇ ਰਿਜ਼ਲਟਸ ਨੇ ਜਿਹੜੇ ਉਹ ਸ਼ੇਅਰ ਕਰੋਗੇ, ਠੀਕ ਹੈ। ਨੈਕਸਟ ਆ ਜਾਂਦਾ ਆਪਣੇ ਕੋਲੇ ਸਟੈਪਸ ਆਫ ਰਿਸਰਚ, ਇਹਦੇ ਸੀਗੇ ਆਪਣੇ ਕੋਲੇ ਐਕਸ਼ਨ ਰਿਸਰਚ ਦੇ ਸਟੈਪਸ। ਤਾਂ ਇੱਕ ਜਨਰਲ ਰਿਸਰਚ ਦੇ ਸਟੈਪਸ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਇਹਨੂੰ ਬਹੁਤ ਧਿਆਨ ਦੇ ਨਾਲ ਤੁਸੀਂ ਪੜ੍ਹਨਾ ਹੈਗਾ। ਕਿ ਸਭ ਤੋਂ ਪਹਿਲਾਂ ਆਪਾਂ ਰਿਸਰਚ ਦੇ ਵਿੱਚ ਕੀ ਕਰਦੇ ਹਾਂ, ਫਾਰਮੂਲੇਟਿੰਗ ਰਿਸਰਚ ਪ੍ਰੋਬਲਮ। ਸਭ ਤੋਂ ਪਹਿਲਾਂ ਆਪਣੀ ਪ੍ਰੋਬਲਮ ਫਾਰਮੂਲੇਟ ਹੁੰਦੀ ਹੈ, ਉਸ ਤੋਂ ਬਾਅਦ ਆਪਾਂ ਲਿਟਰੇਚਰ ਰਿਵਿਊ ਕਰਦੇ ਹਾਂ, ਨੈਕਸਟ ਆਪਾਂ ਹਾਈਪੋਥੀਸਿਸ ਡਿਵੈਲਪ ਕਰਦੇ ਹਾਂ, ਫਿਰ ਆਪਾਂ ਰਿਸਰਚ ਡਿਜ਼ਾਈਨ ਤਿਆਰ ਕਰਦੇ ਹਾਂ ਕਿ ਕਿਵੇਂ ਆਪਾਂ ਮੈਥਡੋਲੋਜੀ ਆਪਾਂ ਕਿਹੜੀ ਵਰਤਾਂਗੇ, ਠੀਕ ਹੈ। ਨੈਕਸਟ ਆਪਣੇ ਕੋਲ ਆ ਜਾਂਦਾ ਡਾਟਾ ਕਲੈਕਟ ਕਰਾਂਗੇ, ਆਪਾਂ ਕਲੈਕਸ਼ਨ ਆਫ ਡਾਟਾ। ਫਿਰ ਆਪਣੇ ਕੋਲੇ ਜੋ ਡਾਟਾ ਆਪਾਂ ਕਲੈਕਟ ਕੀਤਾ ਉਹਦਾ ਆਪਾਂ ਐਨਾਲਿਸਿਸ ਕਰਨਾ, ਫਿਰ ਆਪਣੇ ਜੋ ਰਿਜ਼ਲਟਸ ਹੋਣਗੇ ਉਹਨਾਂ ਨੂੰ ਆਪਾਂ ਇੰਟਰਪ੍ਰੇਟ ਕਰਾਂਗੇ, ਐਨਾਲਿਸਿਸ ਐਂਡ ਇੰਟਰਪ੍ਰੀਟੇਸ਼ਨ ਆਫ ਡਾਟਾ। ਨੈਕਸਟ ਆ ਜਾਂਦਾ ਆਪਣੇ ਕੋਲੇ ਕਨਕਲੂਜਨ, ਜੋ ਵੀ ਆਪਣੇ ਰਿਜ਼ਲਟਸ ਨਿਕਲੇ ਉਹਨਾਂ ਦਾ ਆਪਾਂ ਕਨਕਲੂਜਨ ਕੱਢਣਾ ਜਾਂ ਫਾਰਮਲ ਰਾਈਟ ਅਪ ਆਫ ਰਿਪੋਰਟ ਆ ਜਾਂਦਾ ਹੈ, ਐਂਡ ਤੇ ਆਪਾਂ ਸਾਰਾ ਸਮ ਅਪ ਕਰਕੇ ਆਪਣੀ ਰਿਪੋਰਟ ਰਾਈਟ ਕਰ ਦਾਂਗੇ। ਤਾਂ ਨੈਕਸਟ ਆਪਣੇ ਕੋਲ ਰਿਵਿਊ ਰਿਸਰਚ ਸਟਰਕਚਰ, ਇਹ ਟੌਪਿਕ ਮੈਂ ਤੁਹਾਨੂੰ ਲਾਸਟ ਦੇ ਵਿੱਚ ਕਰਵਾਉਂਗੀ। ਤਾਂ ਅੱਗੇ ਆਪਣੇ ਕੋਲ ਆ ਜਾਂਦੇ ਨੇ ਆਇਡੈਂਟੀਫਿਕੇਸ਼ਨ ਆਫ ਵੇਰੀਏਬਲਸ। ਵੇਰੀਏਬਲਸ ਦੇ ਨਾਲ ਵੇਰੀਏਬਲ ਕੀ ਹੁੰਦਾ, ਜਿਹੜੀ ਚੀਜ਼ ਚੇਂਜ ਹੁੰਦੀ ਹੈ। ਜਿਵੇਂ ਆਪਾਂ ਕੋਈ ਵੀ 2 ਵੇਰੀਏਬਲ ਸਟੱਡੀ ਕਰਨੇ ਨੇ, ਦੋ ਜਾਂ ਦੋ ਤੋਂ ਜ਼ਿਆਦਾ ਵੇਰੀਏਬਲਸ, ਉਹਨਾਂ ਦੇ ਰਿਲੇਸ਼ਨਸ, ਇੱਕ ਨੂੰ ਮੈਨੀਪੂਲੇਟ ਕੀਤਾ, ਦੂਜੇ ਨੂੰ ਆਪਾਂ ਉਹਦੇ ਤੇ ਡਿਪੈਂਡੈਂਟ ਵੇਰੀਏਬਲ ਹੈ, ਤਾਂ ਇਸ ਤਰ੍ਹਾਂ ਮਤਲਬ ਆਪਾਂ ਉਹਨਾਂ ਦੀ ਆਪਸ ਦੇ ਵਿੱਚ ਜੋ ਰਿਲੇਸ਼ਨ ਆ ਉਹ ਆਪਾਂ ਸਟੱਡੀ ਕਰਦੇ ਹਾਂ। ਤਾਂ ਆਇਡੈਂਟੀਫਿਕੇਸ਼ਨ ਆਫ ਵੇਰੀਏਬਲਸ, ਕਿ ਕਿਹੜਾ ਡਿਪੈਂਡੈਂਟ ਵੇਰੀਏਬਲ ਹੈ, ਇੰਡੀਪੈਂਡੈਂਟ ਵੇਰੀਏਬਲ ਹੈ, ਪਹਿਲਾਂ ਆਪਾਂ ਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਜਦੋਂ ਆਪਾਂ ਕੋਈ ਰਿਸਰਚ ਸਟੱਡੀ ਕਰਨੀ ਹੈ। ਤਾਂ ਵੇਰੀਏਬਲ ਕੀ ਹੁੰਦਾ, ਮੈਜ਼ਰੇਬਲ ਟ੍ਰੇਟ, ਜਿਵੇਂ ਕਿਸੇ ਬਿਹੇਵੀਅਰ ਦਾ ਕੋਈ ਮੈਜ਼ਰੇਬਲ ਟ੍ਰੇਟ ਹੈ, ਜਿਵੇਂ ਇੰਟੈਲੀਜੈਂਸ ਹੋ ਗਿਆ, ਇਮੋਸ਼ਨਲ ਕੋਸ਼ੈਂਟ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਨੂੰ ਆਪਾਂ ਮੇਜ਼ਰ ਕਰ ਸਕਦੇ ਹਾਂ। ਦੈਟ ਚੇਂਜਸ ਔਰ ਵੇਰੀਜ਼, ਜੋ ਚੇਂਜ ਹੁੰਦਾ ਜਾਂ ਵੇਰੀ ਕਰਦਾ ਉਹਨੂੰ ਆਪਾਂ ਕਹਿੰਦੇ ਵੇਰੀਏਬਲ। ਸਭ ਤੋਂ ਪਹਿਲਾਂ ਆ ਜਾਂਦਾ ਆਪਣੇ ਕੋਲੇ ਇੰਡੀਪੈਂਡੈਂਟ ਵੇਰੀਏਬਲ। ਇੰਡੀਪੈਂਡੈਂਟ ਵੇਰੀਏਬਲ ਕਿਹੜੇ ਹੁੰਦੇ ਨੇ, ਜਿਹੜੇ ਬਾਕੀ ਚੀਜ਼ਾਂ ਦੇ ਉੱਤੇ ਡਿਪੈਂਡ ਨਹੀਂ ਕਰਦੇ, ਕਿਸੇ ਹੋਰ ਚੀਜ਼ ਦੇ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ। ਮੈਨੀਪੂਲੇਟਡ ਬਾਈ ਰਿਸਰਚਰ, ਇਫੈਕਟ ਕੈਨ ਬੀ ਸੀਨ ਔਨ ਦਾ ਅਦਰ ਵੇਰੀਏਬਲ, ਮੀਨਸ ਉਹਦੇ ਤੇ ਆਪਦੇ ਤੇ ਨਹੀਂ ਆਪਾਂ
इफेक्ट देखना हुंदा इंडिपेंडेंट वेरीएबल दा, ਉਹਦਾ ਆਪਾਂ ਇਫੈਕਟ ਦੇਖਣਾ ਹੁੰਦਾ ਡਿਪੈਂਡੈਂਟ ਤੇ। ਜਿਹੜਾ ਡਿਪੈਂਡੈਂਟ ਹੈ ਉਹਦੀ ਚੇਂਜ ਇਹਦੇ ਵਿੱਚ ਆਪਾਂ ਮੈਨੀਪੂਲੇਸ਼ਨ ਕਰਕੇ ਜਾਂ ਚੇਂਜ ਕਰਕੇ ਡਿਪੈਂਡੈਂਟ ਦੇ ਵਿੱਚ ਆਪਾਂ ਚੇਂਜ ਨੋਟਿਸ ਕਰਾਂਗੇ। ਡਿਪੈਂਡੈਂਟ ਵੇਰੀਏਬਲ ਚੇਂजेस विद द चेंज इन इंडिपेंडेंट वेरीएबल। डिपेंडेंट ਤੇ इंडिपेंडेंट बहुत ज़्यादा इंपॉर्टेंट है, ਇਹਨਾਂ ਨੂੰ ਸਮਝਣਾ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਬਾਅਦ ਤੁਹਾਨੂੰ ਬਾਕੀ ਚੀਜ਼ਾਂ ਸਾਰੀਆਂ ਸਮਝ ਆ ਜਾਣੀਆਂ। ਡਿਪੈਂਡੈਂਟ ਵੇਰੀਏਬਲ ਹੁੰਦਾ ਜਿਹੜੇ ਵੇਰੀਏਬਲ ਦੇ ਵਿੱਚ ਆਪਾਂ ਚੇਂਜ ਨੋਟਿਸ ਕਰਨੀ ਹੈ। ਇੰਡੀਪੈਂਡੈਂਟ ਵੇਰੀਏਬਲ ਹੁੰਦਾ ਜਿਹਨੂੰ ਆਪਾਂ ਮੈਨੀਪੂਲੇਟ ਕਰ ਰਹੇ ਹਾਂ, ਚੇਂਜ ਕਰ ਰਹੇ ਹਾਂ, ਉਹਦੇ ਕਰਕੇ ਦੂਜੇ ਵੇਰੀਏਬਲ ਦੇ ਵਿੱਚ ਚੇਂਜ ਹੋਊਗੀ, ਤਾਂ ਉਹ ਹੁੰਦਾ ਆਪਣੇ ਕੋਲੇ ਇੰਡੀਪੈਂਡੈਂਟ ਵੇਰੀਏਬਲ। ਤਾਂ ਇੰਟਰਵੀਨਿੰਗ ਹੁੰਦਾ ਕਿ ਇੰਟਰਪਸ਼ਨ, ਜਿਵੇਂ ਆਪਾਂ ਕਹ ਲਓ ਹਾਈਪੋਥੈਟਿਕਲ ਵੇਰੀਏਬਲ ਯੂਜ਼ਡ ਟੂ ਐਕਸਪਲੇਨ ਕਾਜ਼ਲ ਲਿੰਕਸ ਬਿਟਵੀਨ ਅਦਰ ਵੇਰੀਏਬਲਸ। ਕੁਝ ਹਾਈਪੋਥੈਟਿਕਲ ਵੇਰੀਏਬਲਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਦੂਜੇ ਵੇਰੀਏਬਲਸ ਦੇ ਵਿੱਚ ਲਿੰਕ ਐਕਸਪਲੇਨ ਕਰਨ ਦੇ ਲਈ ਯੂਜ਼ ਕਰਦੇ ਹੈਗੇ, ਉਹਨਾਂ ਨੂੰ ਆਪਾਂ ਕਹਿੰਦੇ ਇੰਟਰਵੀਨਿੰਗ। ਜਿਵੇਂ ਡਿਪੈਂਡੈਂਟ ਵੇਰੀਏਬਲ ਦਾ ਇੰਡੀਪੈਂਡੈਂਟ ਵੇਰੀਏਬਲ ਦਾ ਆਪਸ ਜੋ ਵੀ ਰਿਲੇਸ਼ਨ ਆਉਂਦਾ ਤਾਂ ਉਹ ਕਿਸੇ ਹੋਰ ਤੀਸਰੇ ਕਰਕੇ ਵੀ ਇਫੈਕਟ ਹੋ ਸਕਦਾ ਉਹਦੇ ਤੇ, ਤਾਂ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਇੰਟਰਵੀਨਿੰਗ ਵੇਰੀਏਬਲ। ਐਕਸਟ੍ਰੋਨੀਅਸ ਵੇਰੀਏਬਲ ਹੁੰਦਾ ਜਿਹੜਾ ਵਿਚ ਇਫੈਕਟ ਦਾ ਡਿਪੈਂਡੈਂਟ ਵੇਰੀਏਬਲ ਨੂੰ ਇਫੈਕਟ ਕਰਦਾ ਪਰ ਆਪਣੀ ਸਟੱਡੀ ਦਾ ਪਾਰਟ ਨਹੀਂ ਹੁੰਦਾ, ਆਪਾਂ ਉਹਦੇ ਤੇ ਫੋਕਸ ਨਹੀਂ ਕਰਦੇ। ਐਕਸਟ੍ਰੋਨੀਅਸ ਵੇਰੀਏਬਲਸ ਕਹਿੰਦੇ ਆ ਉਹਨਾਂ ਨੂੰ ਆਪਾਂ। ਨੈਕਸਟ ਆ ਜਾਂਦਾ ਆਪਣੇ ਕੋਲੇ ਕੰਟੀਨਿਊ ਵੇਰੀਏਬਲ। ਕੰਟੀਨਿਊ ਮੀਨਸ ਕੰਟੀਨਿਊਸਲੀ ਐਕਸਪ੍ਰੈਸ ਹੁੰਦਾ। ਜਿਵੇਂ ਆਪਣੇ ਕੋਲੇ ਆਪਾਂ ਕੋਈ ਵੀ ਚੀਜ਼ ਮੇਜਰ ਕਰਦੇ ਹਾਂ, ਕਿਸੇ ਦੀ ਹਾਈਟ ਮੇਜਰ ਕਰਨੀ ਹੈ, ਇਹ ਤਾਂ ਨਹੀਂ ਹੈਗਾ ਕਿ 1 ਤੋਂ ਬਾਅਦ ਸਿੱਧਾ 2 ਹੋਊਗਾ। 1.1 1.2 1.3 1.4 1.5 ਕੁਛ ਵੀ ਹੋ ਸਕਦਾ। ਮੀਨਸ ਜਿਹੜੇ ਕੰਟੀਨਿਊਸ ਹੁੰਦੇ ਨੇ, ਨਿਊਮੈਰਿਕ ਵੇਰੀਏਬਲਸ ਹੁੰਦੇ ਆ, ਜਿਵੇਂ ਕਿ ਲੈਂਥ ਹੋ ਗਈ, ਹਾਈਟ ਹੋ ਗਈ, ਇਸ ਤਰ੍ਹਾਂ ਦੀਆਂ ਚੀਜ਼ਾਂ। ਡਿਸਕ੍ਰੀਟ ਜਾਂ ਨॉन ਕੰਟੀਨਿਊਸ ਜੋ ਡਿਸਕ੍ਰੀਟ ਉਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਆਪਾਂ ਕਹਿੰਦੇ ਹਾਂ ਜਿਨ੍ਹਾਂ ਦੀ ਵੈਲਿਊ ਹੈ ਐਗਜ਼ੈਕਟ ਨੰਬਰ ਹੋਊਗੀ, ਇੰਟੀਜਰ ਹੋਊਗੀ, 1 2 3 4 ਮੀਨਸ ਇਨ ਬਿਟਵੀਨ ਨਹੀਂ ਹੋਊਗਾ। 1 ਤੇ 2 ਦੇ ਵਿੱਚ ਕੁਛ ਨਹੀਂ ਹੋਊਗਾ, 1 ਹੋਊਗਾ ਜਾਂ ਫਿਰ 2 ਹੋਊਗਾ। ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਨॉन ਕੰਟੀਨਿਊ ਵੇਰੀਏਬਲ। ਕਾਊਂਟੇਬਲ ਹੁੰਦੇ, ਹੈਵ ਕਾਊਂਟੇਬਲ ਨੰਬਰ ਆਫ ਵੈਲਿਊਜ਼। ਨੈਕਸਟ ਆ ਜਾਂਦਾ ਆਪਣੇ ਕੋਲ ਕੈਟੇਗੋਰੀਕਲ ਹੁੰਦੇ ਜਿਵੇਂ ਫਾਈਨਾਈਟ ਨੰਬਰ ਆਫ ਕੈਟੇਗਰੀਜ਼ ਹੁੰਦੇ ਹਨ। ਜਿਵੇਂ ਜੈਂਡਰ ਹੈ ਉਹਦੇ ਵਿੱਚ ਆਪਣੇ ਕੋਲ 2 ਕੈਟੇਗਰੀਜ਼ ਨੇ ਜਾਂ ਆਪਾਂ 3 ਕਹਿ ਸਕਦੇ ਹਾਂ ਜੇ ਆਪਾਂ ਟਰਾਂਸਜੈਂਡਰ ਨੂੰ ਵੀ ਵਿੱਚ ਕੰਸੀਡਰ ਕਰੀਏ ਤਾਂ ਆਪਣੇ ਕੋਲੇ ਮੇਲ ਤੇ ਫੀਮੇਲ ਕੈਟੇਗਰੀਜ਼ ਨੇ। ਤਾਂ ਜਿਹਦੀਆਂ ਫਾਈਨਾਈਟ ਨੰਬਰ ਆਫ ਕੈਟੇਗਰੀਜ਼ ਆਪਾਂ ਡਿਸਕ੍ਰਾਈਬ ਕਰ ਸਕੀਏ ਉਹਨੂੰ ਆਪਾਂ ਕਹਿ ਦਿੰਦੇ ਹਾਂ ਕੈਟੇਗੋਰੀਕਲ ਵੇਰੀਏਬਲ। ਨੈਕਸਟ ਆ ਜਾਂਦਾ ਆਪਣੇ ਕੋਲ ਐਕਟਿਵ ਜਿਹਨੂੰ ਆਪਾਂ ਮੈਨੀਪੂਲੇਟ ਕਰਦੇ ਹਾਂ ਜਾਂ ਐਕਸਪੈਰੀਮੈਂਟ ਕਰਦੇ ਹਾਂ ਉਹ ਵੇਰੀਏਬਲ ਹੁੰਦਾ ਐਕਟਿਵ। ਐਟਰੀਬਿਊਟ ਕਿਸੇ ਦੀ ਮੀਨਸ ਆਪਾਂ ਇਨਹੈਰੈਂਟ ਪ੍ਰੋਪਰਟੀ ਕਹਿ ਸਕਦੇ ਹਾਂ ਵੀ ਇਨਬਿਲਡ ਉਹਦਾ ਬਿਹੇਵੀਅਰ ਹੈ, ਉਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਕੈਨ ਨਾਟ ਬੀ ਮੈਨੀਪੂਲੇਟਡ, ਇਨਹੈਰੈਂਟ ਪਾਰਟ ਆਫ ਅ ਪਰਸਨ ਕਿ ਉਹਦੀ ਆਪਣੀ ਅੰਦਰ ਦੀ ਐਬਿਲਿਟੀ ਹੈ, ਕੈਪੈਸਿਟੀ ਹੈ, ਉਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਉਹਨੂੰ ਆਪਾਂ ਕਹਿੰਦੇ ਐਟਰੀਬਿਊਟ। ਨੈਕਸਟ ਆ ਜਾਂਦਾ ਆਪਾਂ ਵੇਰੀਏਬਲਸ ਨੂੰ ਮੇਜਰ ਕਰਦੇ ਹਾਂ, ਸਕੇਲਸ ਤੇ ਮੇਜਰ ਕਰਦੇ ਹਾਂ। ਉਹ ਸਕੇਲਸ ਕਿਹੜੇ ਨੇ? ਨੋਮੀਨਲ ਸਕੇਲ ਹੈ, ਆਰਡੀਨਲ ਸਕੇਲ ਹੈ, ਇੰਟਰਵਲ ਸਕੇਲ ਹੈ ਤੇ ਰੇਸ਼ੋ ਸਕੇਲ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਯਾਦ ਰੱਖਣਾ ਕਿ 4 ਟਾਈਪਸ ਦੇ ਆਪਣੇ ਕੋਲ ਸਕੇਲ ਹੈ, ਨੋਮੀਨਲ, ਆਰਡੀਨਲ, ਇੰਟਰਵਲ ਐਂਡ ਰੇਸ਼ੋ। ਉਸ ਤੋਂ ਬਾਅਦ ਤੁਸੀਂ ਇਹਨਾਂ ਦੀ ਡਿਸਕ੍ਰਿਪਸ਼ਨ ਵੀ ਯਾਦ ਰੱਖਣੀ ਹੈ ਥੋੜੀ ਜੀ ਕਿ ਨੋਮੀਨਲ ਕਿੱਦਾਂ ਦਾ ਹੁੰਦਾ। ਨੋਮੀਨਲ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨੇਮ ਹੁੰਦਾ, ਕਿ ਕਲਾਸੀਫਿਕੇਸ਼ਨ ਹੁੰਦੀ ਹੈ ਸਬ ਗਰੁੱਪ ਦੇ ਵਿੱਚ। ਜਿਵੇਂ ਜੈਂਡਰ ਹੈ ਉਹਦੇ ਵਿੱਚ ਮੇਲ ਹੋਊਗਾ ਜਾਂ ਫੀਮੇਲ ਹੋਊਗਾ। ਨੋਮੀਨਲ ਹੈ ਕਿ ਮੇਲ ਇਜ਼ ਅ ਨੇਮ ਆਫ ਅ ਜੈਂਡਰ, ਫੀਮੇਲ ਇਜ਼ ਅ ਨੇਮ ਆਫ ਅ ਜੈਂਡਰ। ਨੋਮੀਨਲ ਸਕੇਲ ਹੋ ਗਿਆ। ਨੈਕਸਟ ਆਪਣੇ ਕੋਲ ਆ ਜਾਂਦਾ ਆਰਡੀਨਲ ਜਿਹਦੇ ਵਿੱਚ ਆਰਡਰ ਹੁੰਦਾ, ਰੈਂਕ ਆਰਡਰ, ਨੋ ਐਬਸੋਲੂਟ ਜ਼ੀਰੋ। ਪਰ ਇਹ ਨਹੀਂ ਕਹਿ ਸਕਦੇ ਕਿ ਜ਼ੀਰੋ। ਜਿਵੇਂ ਮੰਨ ਲਓ ਆਪਾਂ IQ ਚੈੱਕ ਕਰਦੇ ਹਾਂ, ਕਿਸੇ ਦਾ IQ ਮੇਜਰ ਕਰਦੇ ਹਾਂ ਤਾਂ IQ ਆਪਾਂ ਇਹ ਤੇ ਨਹੀਂ ਕਿਸੇ ਦਾ ਵੀ ਕਹਿ ਸਕਦੇ ਵੀ IQ ਜ਼ੀਰੋ ਹੋਊਗਾ, ਕੁਛ ਨਾ ਕੁਛ ਵੈਲਿਊ ਤਾਂ ਹੋਊਗੀ। ਪਰ ਹਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹਦਾ ਵੱਧ ਹੈ IQ, ਇਹਦਾ ਘੱਟ ਹੈ IQ, ਕੁਛ ਨਾ ਕੁਛ IQ ਦੀ ਵੈਲਿਊ ਤਾਂ ਹੋਊਗੀ। ਮੀਨਸ ਉਹਦੇ ਵਿੱਚ ਕੋਈ ਐਬਸੋਲੂਟ ਜ਼ੀਰੋ ਨਹੀਂ ਹੁੰਦੀ, ਬਟ ਆਰਡੀਨਲ ਹੁੰਦਾ, ਆਰਡਰ ਰੈਂਕ ਆਰਡਰ ਹੁੰਦਾ ਹੈ। ਨੈਕਸਟ ਆ ਜਾਂਦਾ ਆਪਣੇ ਕੋਲ ਇੰਟਰਵਲ, ਕੈਟੇਗਰੀ ਰੈਂਕਡ ਇੰਕਰੀਮੈਂਟ। ਇੰਟਰਵਲਸ ਦੇ ਵਿੱਚ ਆਪਾਂ ਕੋਈ ਵੀ ਡਾਟਾ ਇੰਟਰਵਲਸ ਦੇ ਵਿੱਚ ਰਿਪਰਜੈਂਟ ਕਰਦੇ ਹਾਂ ਤਾਂ ਉਹਨੂੰ ਆਪਾਂ ਇੰਟਰਵਲ ਸਕੇਲ ਕਹਿੰਦੇ ਹਾਂ। ਨੈਕਸਟ ਆ ਜਾਂਦਾ ਆਪਣੇ ਕੋਲੇ ਰੇਸ਼ੋ ਦੇ ਵਿੱਚ ਤੇ ਆਰਡੀਨਲ ਦੇ ਵਿੱਚ ਇਹੀ ਫਰਕ ਹੈ ਜ਼ਿਆਦਾਤਰ ਕਿ ਰੇਸ਼ੋ ਵੀ ਉਵੇਂ ਹੁੰਦਾ ਬਟ ਉਹਦੇ ਵਿੱਚ ਐਬਸੋਲਿਊਟ ਜ਼ੀਰੋ ਹੁੰਦੀ ਹੈ। ਜਿਵੇਂ ਮੰਨ ਲਓ ਕਿਸੇ ਦੇ ਆਪਾਂ ਸਕੋਰਸ ਦੇਖਣੇ ਨੇ ਐਗਜ਼ਾਮ ਦੇ ਵਿੱਚ, ਉਹ ਜ਼ੀਰੋ ਵੀ ਆ ਸਕਦਾ ਕਿਸੇ ਦਾ, ਤਾਂ 0 1 2 ਕੁਛ ਵੀ ਹੋ ਸਕਦੇ ਨੇ ਸਕੋਰ, ਤਾਂ ਉਹਦੇ ਵਿੱਚ ਐਬਸੋਲਿਊਟ ਜ਼ੀਰੋ ਹੁੰਦੀ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਰੇਸ਼ੋ ਸਕੇਲ। ਨੈਕਸਟ ਆ ਜਾਂਦਾ ਆਪਣੇ ਕੋਲੇ ਹਾਈਪੋਥਸਿਸ।
ਤਾਂ ਹਾਈਪੋਥਿਸ ਦਾ ਕੀ ਮੀਨਿੰਗ ਹੈ? ਹਾਈਪੋਥਿਸ ਮੀਨਸ ਹਾਈਪੋ ਪਲਸ ਥੀਸਿਸ, ਇਸ ਵਰਡ ਤੋਂ ਬਣਿਆ। ਹਾਈਪੋ ਮੀਨਸ ਹੁੰਦਾ ਟੈਂਟੇਟਿਵ, ਥੀਸਿਸ ਮੀਨਸ ਹੁੰਦਾ ਸਟੇਟਮੈਂਟ ਜਾਂ ਆਪਾਂ ਕਹਿ ਸਕਦੇ ਹਾਂ ਵੀ ਸੋਲੂਸ਼ਨ। ਟੈਂਟੇਟਿਵ ਸੋਲੂਸ਼ਨ ਹੁੰਦੇ ਆ ਪ੍ਰੋਬਲਮ ਦੇ। ਹਾਈਪੋਥੀਸਿਸ ਟੈਂਟੇਟਿਵ ਸਟੇਟਮੈਂਟ, ਟੈਂਟੇਟਿਵ ਸਟੇਟਮੈਂਟ ਅਬਾਊਟ ਦ ਸੋਲੂਸ਼ਨ ਆਫ ਅ ਪ੍ਰੋਬਲਮ। ਫੀਚਰਸ ਕੀ ਹੋਣੇ ਚਾਹੀਦੇ ਨੇ ਇੱਕ ਹਾਈਪੋਥਿਸਿਸ ਬਣਾਉਣ ਦੇ ਲਈ? ਆਪਾਂ ਮੀਨਸ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ? ਕਲੀਅਰ ਹੋਣਾ ਚਾਹੀਦਾ ਹਾਈਪੋਥਿਸਿਸ, ਪ੍ਰੀਸਾਈਜ਼ਲੀ ਡਿਫਾਈਨਡ ਹੋਣਾ ਚਾਹੀਦਾ, ਟੈਸਟੇਬਲ ਹੋਣਾ ਚਾਹੀਦਾ, ਟੈਸਟ ਕਰ ਸਕੀਏ ਆਪਾਂ ਉਹਨੂੰ ਜਿਵੇਂ ਸਟੈਟਿਸਟੀਕਲ ਟੈਕਨੀਕਸ ਲਗਾ ਕੇ ਆਪਾਂ ਹਾਈਪੋਥਿਸਿਸ ਟੈਸਟ ਕਰਦੇ ਹਾਂ ਤਾਂ ਉਹਦੇ ਵਿੱਚ ਜਾਂ ਆਪਾਂ ਉਹਨੂੰ ਰਿਜੈਕਟ ਕਰਦੇ ਹਾਂ ਜਾਂ ਆਪਾਂ ਉਹਨੂੰ ਐਕਸੈਪਟ ਕਰਦੇ ਹਾਂ, ਉਹ ਡਿਪੈਂਡ ਕਰਦਾ ਵੈਲਿਊ ਤੇ। ਤਾਂ ਟੈਸਟੇਬਲ ਹੁੰਦਾ ਇੱਕ ਹਾਈਪੋਥਿਸਿਸ। ਸਟੇਟ ਐਕਸਪੈਕਟਡ ਰਿਲੇਸ਼ਨਸ਼ਿਪ ਬਿਟਵੀਨ ਵੇਰੀਏਬਲਸ, ਜਿਵੇਂ ਇਹ ਆਪਾਂ ਹਾਈਪੋਥਿਸਿਸ ਦੀਆਂ ਅੱਗੇ ਟਾਈਪਸ ਦੇ ਵਿੱਚ ਵੀ ਕਰ ਸਕਦੇ ਹਾਂ ਕਿ ਡਾਇਰੈਕਸ਼ਨਲ ਹੁੰਦਾ ਜਾਂ ਨਾਨ ਡਾਇਰੈਕਸ਼ਨਲ ਹੁੰਦਾ। ਤਾਂ ਉਹਦੇ ਵਿੱਚ ਕੀ ਹੈ ਕਿ ਐਕਸਪੈਕਟਡ ਰਿਲੇਸ਼ਨਸ਼ਿਪ ਬਿਟਵੀਨ ਵੇਰੀਏਬਲਸ ਨੂੰ ਸਟੇਟ ਕਰਦਾ ਹੈਗਾ। ਜਿਵੇਂ ਮੰਨ ਲਓ ਆਪਾਂ ਕਹਿ ਸਕਦੇ ਹਾਂ ਕਿ ਹੋਮ ਇਨਵਾਇਰਮੈਂਟ ਦਾ ਇੰਟੈਲੀਜੈਂਸ ਤੇ ਕੋਈ ਇਫੈਕਟ ਹੋ ਸਕਦਾ, ਤਾਂ ਮੇ ਬੀ ਆਪਾਂ ਹਾਈਪੋਥਿਸਿਸ ਬਣਾ ਸਕਦੇ ਹਾਂ ਕਿ ਹੋਮ ਇਨਵਾਇਰਮੈਂਟ ਕੈਨ ਪੋਜ਼ਿਟਿਵਲੀ ਇਫੈਕਟ ਦਾ IQ ਆਫ ਅ ਚਾਈਲਡ। ਲਿਮਟਿਡ ਇਨ ਸਕੋਪ, ਇਹ ਨਹੀਂ ਗਾ ਕਿ ਆਪਾਂ ਇੱਕੋ ਹਾਈਪੋਥਿਸਿਸ ਦੇ ਵਿੱਚ ਦੋ ਤਿੰਨ ਚੀਜ਼ਾਂ ਲਿਖ ਦਈਏ। ਲਿਮਟਿਡ ਸਕੋਪ ਹੁੰਦਾ ਇੱਕ ਵੇਰੀਏਬਲ ਦਾ ਬਸ ਇੱਕ ਹੀ ਰਿਲੇਸ਼ਨ, ਤਾਂ ਆਪਾਂ ਦੋ ਤਿੰਨ ਚੀਜ਼ਾਂ ਉਹਦੇ ਵਿੱਚ ਇਕੱਠੀਆਂ ਨਹੀਂ ਲਿਖ ਸਕਦੇ। ਕਿ ਜਿਵੇਂ ਆਪਾਂ ਮੰਨ ਲਓ ਕਿਹਾ ਕਿ ਵੀ ਇੱਕ ਹੋਮ ਇਨਵਾਇਰਮੈਂਟ ਦਾ IQ ਤੇ ਕੋਈ ਫਰਕ ਹੁੰਦਾ ਜਾਂ ਕੋਈ ਇਫੈਕਟ ਹੁੰਦਾ। ਆਪਾਂ ਇੱਕੋ ਹਾਈਪੋਥਿਸਿਸ ਦੇ ਵਿੱਚ ਇਹ ਨਹੀਂ ਕਹਿੰਦੇ ਫਰਕ ਹੋ ਵੀ ਸਕਦਾ, ਨਹੀਂ ਹੋ ਸਕਦਾ, ਜਾਂ ਹੋਵੇਗਾ ਜਾਂ ਨਹੀਂ ਹੋਵੇਗਾ। ਮਤਲਬ ਦੋ ਤਿੰਨ ਚੀਜ਼ਾਂ ਨੂੰ ਆਪਾਂ ਡਿਸਕ੍ਰਾਈਬ ਨਹੀਂ ਕਰ ਸਕਦੇ। ਲਿਮਟਿਡ ਇਨ ਸਕੋਪ, ਸਟੇਟਡ ਇਨ ਸਿੰਪਲ ਟਰਮਸ ਦੇ ਵਿੱਚ ਸਟੇਟਡ ਹੁੰਦਾ ਕਿ ਈਜ਼ੀਲੀ ਸਮਝ ਆ ਸਕੇ ਪੜ੍ਹਨ ਵਾਲੇ ਨੂੰ। ਸ਼ੁੱਡ ਬੀ ਕੰਸਿਸਟੈਂਟ ਵਿਦ ਮੋਸਟ ਨੋਨ ਫੈਕਟਸ, ਮੋਸਟ ਨੋਨ ਫੈਕਟਸ ਨੇ ਜਿਹੜੇ ਉਹਨਾਂ ਦੇ ਨਾਲ ਜੋ ਫੈਮੀਲੀਅਰ ਨੇ ਰਿਸਰਚ ਦੇ ਨਾਲ, ਉਸ ਪ੍ਰੋਬਲਮ ਦੇ ਨਾਲ, ਉਹਨਾਂ ਦੇ ਨਾਲ ਉਹ ਕੰਸਿਸਟੈਂਟ ਹੋਣਾ ਚਾਹੀਦਾ। ਨੈਕਸਟ ਆ ਗਈਆਂ ਆਪਣੇ ਕੋਲੇ ਟਾਈਪਸ ਆਫ ਹਾਈਪੋਥਿਸਿਸ। ਟਾਈਪਸ ਬਹੁਤ ਇੰਪੋਰਟੈਂਟ ਨੇ। ਨਲ ਹਾਈਪੋਥਿਸਿਸ, ਨਲ ਹਾਈਪੋਥਿਸਿਸ ਕੀ ਹੁੰਦਾ? ਜਿਹਦੇ ਵਿੱਚ ਨੋ ਸਟੈਟਿਸਟੀਕਲ ਸਿਗਨੀਫਿਕੈਂਸ ਵਾਲੀ ਸਟੇਟਮੈਂਟ ਬਣਾਈ ਹੁੰਦੀ ਹੈ ਕਿ ਆਪਾਂ ਕਹੀਏ ਕਿ ਦੇਰ ਇਜ਼ ਨੋ ਸਿਗਨੀਫਿਕੈਂਟ ਡਿਫਰੈਂਸ ਬਿਟਵੀਨ ਮੇਲ ਐਂਡ ਫੀਮੇਲ ਸਟੂਡੈਂਟਸ ਔਨ ਸਕੋਰਸ ਆਫ ਮੈਥਮੈਟੀਕਲ ਅਚੀਵਮੈਂਟ, ਜਾਂ ਜੋ ਵੀ ਕੁਛ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਦੋ ਚੀਜ਼ਾਂ ਦੇ ਵਿੱਚ ਆਪਾਂ ਇਹ ਕਹੀਏ ਵੀ ਕੋਈ ਸਿਗਨੀਫਿਕੈਂਟ ਡਿਫਰੈਂਸ ਨਹੀਂ ਹੈਗਾ, ਜਾਂ ਉਹਨੂੰ ਆਪਾਂ ਜ਼ੀਰੋ ਹਾਈਪੋਥਿਸਿਸ ਵੀ ਕਹਿੰਦੇ ਹਾਂ। ਮੋਸਟਲੀ ਤਾਂ ਆਪਾਂ ਉਹਨੂੰ ਨਲ ਹਾਈਪੋਥਿਸਿਸ ਹੀ ਕਹਿੰਦੇ ਹਾਂ। ਇਸ ਤੋਂ ਬਾਅਦ ਆਪਾਂ ਉਹਨੂੰ ਟੈਸਟ ਕਰਾਂਗੇ, ਫਿਰ ਆਪਣਾ ਐਕਸੈਪਟ ਹੁੰਦਾ ਜਾਂ ਰਿਜੈਕਟ ਹੁੰਦਾ, ਉਹਦੇ ਬੇਸਿਸ ਤੇ ਆਪਾਂ ਉਹਨੂੰ ਸਟੇਟਮੈਂਟ ਨੂੰ ਟਰੂ ਜਾਂ ਫਾਲਸ ਕਵਾਂਗੇ। ਨੈਕਸਟ ਹੈ ਆਪਣੇ ਕੋਲੇ ਡਾਇਰੈਕਸ਼ਨਲ। ਡਾਇਰੈਕਸ਼ਨਲ ਦੇ ਵਿੱਚ ਡਿਫਰੈਂਸ ਦਾ ਡਾਇਰੈਕਸ਼ਨ ਦੱਸੀ ਹੁੰਦੀ ਹੈ ਕਿ ਜਿਵੇਂ ਆਪਾਂ ਮੰਨ ਲਓ ਕਿਹਾ ਕਿ ਮੇਲ ਸਟੂਡੈਂਟਸ ਸਕੋਰ ਬੈਟਰ ਔਨ ਦਿਸ ਐਟਰੀਬਿਊਟ ਜਾਂ ਦਿਸ ਥਿੰਗ ਹੈ ਨਾ, ਕੋਈ ਕਿਸੇ ਵੇਰੀਏਬਲ ਤੇ। ਜਿਵੇਂ ਮੰਨ ਲਓ ਆਪਾਂ ਕਿਹਾ ਕਿ ਆਪਾਂ ਮੈਥਮੈਟੀਕਲ ਅਚੀਵਮੈਂਟ ਦੀ ਗੱਲ ਕਰ ਰਹੇ ਹਾਂ, ਤਾਂ ਆਪਾਂ ਉਹਦੇ ਵਿੱਚ ਕਹੀਏ ਕਿ ਮੇਲ ਸਟੂਡੈਂਟਸ ਹੈਵ ਮੋਰ ਸਕੋਰਸ ਔਨ ਮੈਥਮੈਟੀਕਲ ਅਚੀਵਮੈਂਟ ਦੈਨ ਫੀਮੇਲ ਸਟੂਡੈਂਟਸ। ਤਾਂ ਇਸ ਤਰ੍ਹਾਂ ਦਾ ਜਿਹੜਾ ਡਾਇਰੈਕਸ਼ਨ ਦਿੱਤੀ ਹੋਈ ਹੈ, ਜਿੱਥੇ ਆਪਾਂ ਨੂੰ ਦੱਸਿਆ ਹੋਇਆ ਕਿ ਕਿਹਦੀ ਜਿਹੜੀ ਸਕੋਰਸ ਨੇ ਜਾਂ ਕਿਹਦਾ ਜਿਹੜਾ ਵੇਰੀਏਬਲ ਦੇ ਉੱਪਰ ਜਿਹੜੇ ਜ਼ਿਆਦਾ ਸਕੋਰਸ ਹੋਣਗੇ। ਇਸ ਤਰ੍ਹਾਂ ਮਤਲਬ ਜਿੱਥੇ ਆਪਾਂ ਨੂੰ ਡਾਇਰੈਕਸ਼ਨ ਦਿੱਤੀ ਹੋਵੇ ਡਿਫਰੈਂਸ ਦੀ, ਉਹਨੂੰ ਆਪਾਂ ਕਹਿੰਦੇ ਹਾਂ ਡਾਇਰੈਕਸ਼ਨਲ ਹਾਈਪੋਥਿਸਿਸ। ਨੈਕਸਟ ਆ ਜਾਂਦਾ ਆਪਣੇ ਕੋਲੇ ਨੋਨ ਡਾਇਰੈਕਸ਼ਨਲ, ਜਿਹਦੇ ਵਿੱਚ ਆਪਾਂ ਨੂੰ ਡਾਇਰੈਕਸ਼ਨ ਨਾ ਦਿੱਤੀ ਹੋਵੇ, ਡਿਫਰੈਂਸ ਤਾਂ ਕਿਆ ਹੋਵੇ ਕਿ ਇਸ ਤਰ੍ਹਾਂ ਮੀਨਸ ਇਹਨਾਂ ਦੇ ਵਿੱਚ ਡਿਫਰੈਂਸ ਹੈਗਾ, ਬਟ ਇਹ ਨਾ ਕਿਹਾ ਹੋਵੇ ਕਿ ਮੇਲ ਸਕੋਰ ਜ਼ਿਆਦਾ ਕਰਨਗੇ ਜਾਂ ਫੀਮੇਲ ਸਕੋਰ ਜ਼ਿਆਦਾ ਕਰਨਗੇ। ਮੀਨਸ ਡਿਫਰੈਂਸ ਦੀ ਜਿਹੜੀ ਡਾਇਰੈਕਸ਼ਨ ਨਾ ਦੱਸੀ ਗਈ ਹੋਵੇ। ਸਟੇਟਸ ਡਿਫਰੈਂਸ ਨਾਟ ਡਾਇਰੈਕਸ਼ਨ ਆਫ ਡਿਫਰੈਂਸ, ਕਿ ਐਵੇਂ ਜਿਵੇਂ ਆਪਾਂ ਕਹੀਏ ਦੇਰ ਇਜ਼ ਅ statistical significant difference between mathematical achievement between male and female students on achievement। ਤਾਂ ਇਹ ਹੋ ਗਈ ਕਿ ਉਹਨਾਂ ਦੇ ਵਿੱਚ ਡਿਫਰੈਂਸ ਤਾਂ ਹੈਗਾ, ਪਰ ਇਹ ਨਹੀਂ ਦੱਸਿਆ ਗਿਆ ਕਿ ਮੇਲ ਸਟੂਡੈਂਟਸ ਜਿਹੜੇ ਹਾਇਰ ਸਕੋਰ ਕਰਨਗੇ ਜਾਂ ਫੀਮੇਲ ਸਟੂਡੈਂਟਸ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਨੋਨ ਡਾਇਰੈਕਸ਼ਨਲ ਹਾਈਪੋਥਿਸਿਸ। ਨੈਕਸਟ ਆ ਜਾਂਦਾ ਆਪਣੇ ਕੋਲੇ ਡੈਕਲੇਰੇਟਿਵ। ਡੈਕਲੇਰੇਟਿਵ ਦੇ ਵਿੱਚ ਡੈਕਲੇਰੇਟਿਵ ਸਟੇਟਮੈਂਟ ਕਿਹੜੀ ਹੁੰਦੀ? ਜਿਹੜੀ ਪੋਜ਼ਿਟਿਵ ਸਟੇਟਮੈਂਟ ਹੁੰਦੀ ਹੈ। ਜਿਵੇਂ ਆਪਾਂ ਪੋਜ਼ਿਟਿਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਕਿ ਜਿਵੇਂ ਆਪਾਂ ਕਹੀਏ ਇਮੋਸ਼ਨਲ ਕੋਸ਼ੈਂਟ ਹੈ ਜਿਹੜਾ ਉਹ ਇੰਟੈਲੀਜੈਂਸ ਕੋਸ਼ੈਂਟ ਨੂੰ ਪੋਜ਼ਿਟਿਵਲੀ ਇਫੈਕਟ ਕਰਦਾ ਹੈਗਾ, ਕਿ ਜਿਹਦਾ ਇਮੋਸ਼ਨਲ ਕੋਸ਼ੈਂਟ ਜ਼ਿਆਦਾ ਹੋਊਗਾ ਉਹਦਾ IQ ਵੀ ਜ਼ਿਆਦਾ ਹੋਊਗਾ। ਮੰਨ ਲਓ ਆਪਾਂ ਇੱਦਾਂ ਦੀ ਸਟੇਟਮੈਂਟ ਦਿੰਦੇ ਹਾਂ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ
ਡੈਕਲੇਰੇਟਿਵ ਸਟੇਟਮੈਂਟ हैगी पॉजिटिव स्टेटमेंट रिलेशनशिप बिटवीन वेरिएबल्स। नैक्सट अपने को रिलेशनल हाइपोथेसिस जिहड़ा रिलेशन दसदा बिटवीन टू वेरिएबल्स कि देयर एग्जिस्ट अ कोरिलेशन बिटवीन EQ एंड IQ मान लो ये क्या आप बट ये नहीं दसिया पॉजिटिव रिलेशन है या नैगेटिव रिलेशन है तो कोरिलेशनल या एक्सप्लेनेटरी इहनूं आपां कह दिंदे आ। नैक्सट आ जांदा अपने कोले अल्टरनेटिव हुंदा सॉरी opposite of null hypothesis जिवें मान लो आपां क्या कि there is no statistical significance of difference between two observations मान लो ਤਾਂ ਜੇ ਆਪਣੇ ਕੋਲੇ ਉਹ ਸਟੇਟਮੈਂਟ ਜਾਂ ਉਹ ਨਲ ਹਾਈਪੋਥੇਸਿਸ ਹੈ ਜਿਹੜਾ ਉਹ ਰਿਜੈਕਟ ਹੋ ਜਾਂਦਾ ਤਾਂ ਉਹਦਾ ਅਲਟਰਨੇਟ ਕੀ ਐਕਸੈਪਟ ਹੋਊਗਾ ਕਿ देयर इज अ स्टैटिस्टिकल डिफरेंस सिग्निफिकेंट डिफरेंस हैगा मीनस ਜਦੋਂ ਨਲ ਹਾਈਪੋਥेसिस रिजेक्ट हो जाता तो आपां ਉਹਦੇ ਆਪੋਜੀਟ ਜਾਨੀ ਅਲਟਰਨੇਟਿਵ ਜਿਹੜਾ ਆਪਣੇ ਕੋਲੇ ਹਾਈਪੋਥेसिस ਉਹ ਹੁੰਦਾ ਹੈਗਾ ਐਗਜ਼ਿਸਟ ਕਰਦਾ। ਨੈਕਸਟ ਆ ਜਾਂਦੀ ਆਪਣੇ ਕੋਲੇ ਟੈਸਟਿੰਗ ਆਫ ਹਾਈਪੋਥेसिस ਜਦੋਂ ਆਪਾਂ ਹਾਈਪੋਥेसिस ਨੂੰ ਟੈਸਟ ਕਰਦੇ ਹਾਂ ਰਿਜੈਕਟ ਜਾਂ ਐਕਸੈਪਟ ਕਰਦੇ ਹਾਂ ਉਹਦੀ ਵੈਲਿਊਜ਼ ਤੇ ਡਿਪੈਂਡ ਕਰਦਾ ਉਹ ਤਾਂ ਉਦੋਂ ਆਪਣੇ ਕੋਲੇ ਦੋ ਟਾਈਪਸ ਦੀਆਂ ਜਿਹੜੀਆਂ ਐਰਰਸ ਹੋ ਸਕਦੀਆਂ ਨੇ ਤਾਂ ਟਾਈਪ 1 ਤੇ ਟਾਈਪ 2 ਐਰਰ ਕਿਹਾ ਜਾਂਦਾ ਉਹਨਾਂ ਨੂੰ। ਟਾਈਪ 1 ਐਰਰ ਕਿਹੜੀ ਹੁੰਦੀ ਹੈ ਜਦੋਂ ਆਪਾਂ ਟੂ ਹਾਈਪੋਥेसिस ਹੈ ਉਹਨੂੰ ਆਪਾਂ ਰਿਜੈਕਟ ਕਰ ਦਈਏ ਗਲਤੀ ਦੇ ਨਾਲ ਬਾਈ ਮਿਸਟੇਕ ਐਰਰ ਹੋ ਗਈ ਆਪਣੇ ਤੋਂ ਕੋਈ ਕੁਛ ਮੀਨਸ ਆਪਾਂ एनालिसिस करते समय कोई मिसटेक की है हाइपोथेसिस तो सही सीगा ट्रू सीगा बट ਉਹਨੂੰ ਆਪਾਂ ਰਿਜੈਕਟ ਕਰਤਾ ਤਾਂ ਉਹਨੂੰ ਆਪਾਂ ਕਹਿੰਦੇ ਆ ਟਾਈਪ 1 ਐਰਰ। ਨੈਕਸਟ ਆਪਣੇ ਕੋਲ ਟਾਈਪ 2 ਦੇ ਵਿੱਚ ਕੀ ਹੁੰਦਾ ਕਿ ਫਾਲਸ ਹਾਈਪੋਥੇਸਿਸ ਸੀਗਾ ਉਹਨੂੰ ਆਪਾਂ ਰਿਜੈਕਟ ਕਰਨਾ ਸੀ ਬਟ ਰਿਜੈਕਟ ਨਹੀਂ ਕੀਤਾ ਤਾਂ ਇਹ ਚੀਜ਼ ਯਾਦ ਰੱਖਣੀ ਕਿ ਟਰੂ ਹਾਈਪੋਥੇਸਿਸ ਨੂੰ ਜਦੋਂ ਆਪਾਂ ਰਿਜੈਕਟ ਕਰ ਦਈਏ ਟਾਈਪ 1 ਐਰਰ ਜਦੋਂ ਫਾਲਸ ਹਾਈਪੋਥੇਸਿਸ ਨੂੰ ਆਪਾਂ ਰਿਜੈਕਟ ਨਾ ਕਰੀਏ ਤਾਂ ਉਹਨੂੰ ਆਪਾਂ ਟਾਈਪ 2 ਐਰਰ ਕਹਿੰਦੇ ਆ। ਨੈਕਸਟ ਆਪਣੇ ਕੋਲੇ ਪੋਪੂਲੇਸ਼ਨ ਵਰਸਸ ਸੈਂਪਲ ਪੋਪੂਲੇਸ਼ਨ ਐਂਡ ਸੈਂਪਲਿੰਗ ਵਾਲਾ ਆਪਾਂ ਲੈਕਚਰ ਆਲਰੇਡੀ ਅਪਲੋਡ ਕਰ ਦਿੱਤਾ ਉਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਕਿ ਸੈਂਪਲਿੰਗ ਟਾਈਪਸ ਪ੍ਰੋਬੇਬਿਲਿਟੀ टाइप्स सारियां अपनियां हो चुकी ऑलरेडी। नैक्सट अपने को टॉपिक आएगा थीसिस एंड आर्टिकल राइटिंग। ये मैं तुहानू रिव्यू वाला लिटरेचर रिव्यू वाला ते रेफरेंसिंग वगैरह सारा टॉपिक आपां कर लांगे। नैक्सट आपां वीडियो दे विच एप्लीकेशन ऑफ ICT इन रिसर्च भी कंप्लीट कर लांगे तो उहदे नाल ही मे बी अपनी जिहड़ी रिसर्च एप्टीट्यूड आ वो खत्म भी हो जाऊगा। तो चलो जी UGC नैट का जिहड़ा पेपर है वो आ चुके हैं तुसीं ऑनलाइन फॉर्म फिल कर सकते हो तो अपनी तैयारी स्टार्ट कर दो। बाकी दी वीडियोज़ तुसीं देख सकते हो। न्यू अपडेट्स के लिए चैनल के नाल जुड़े रहो। थैंक यू।